ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਰੀ USA TV ਤੇ ਮੈਂ ਹਾਂ ਜੀ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ ਗ੍ਰੀਨ ਕਾਰਡ ਮਨਜ਼ੂਰੀਆਂ 'ਚ 35% ਦੀ ਗਿਰਾਵਟ, ਭਾਰਤੀ ਸਭ ਤੋਂ ਵੱਧ ਪ੍ਰਭਾਵਿਤ। ਆਈਸ ਦੀਆਂ ਗ੍ਰਿਫਤਾਰੀਆਂ, ਨਵੇਂ ਉੱਚ ਪੱਧਰ ਤੇ ਏਅਰਪੋਰਟਾਂ ਤੇ ਵੀ ਵਧੀ ਇਮੀਗ੍ਰੇਸ਼ਨ ਕਾਰਵਾਈ। ਅਮਰੀਕਾ 'ਚ ਪਬਲਿਕ ਚਾਰਜ ਨਿਯਮ ਨੂੰ ਲੈ ਕੇ USCIS ਦੀ ਨਵੀਂ ਗਾਈਡਲਾਈਨ ਇਮੀਗ੍ਰੈਂਟਸ ਲਈ ਵੱਡੀ ਚਿੰਤਾ। USCIS ਕੋਲ 1 ਕਰੋੜ 13 ਲੱਖ ਅਰਜ਼ੀਆਂ ਬਕਾਇਆ, ਉਡੀਕ ਅਤੇ ਨਾ ਮਨਜ਼ੂਰੀ ਦਰ ਵਧੀ। ਟਰੰਪ ਨੂੰ ਵੱਡਾ ਝਟਕਾ, ਲੋਕਪ੍ਰਿਯਤਾ 'ਚ ਆਈ ਭਾਰੀ ਗਿਰਾਵਟ। ਪ੍ਰਵਾਸੀ ਬੱਚਿਆਂ ਲਈ ਮੁਫਤ ਕਾਨੂੰਨੀ ਸਹਾਇਤਾ ਬਹਾਲ, ਸੰਘੀ ਅਦਾਲਤ ਵੱਲੋਂ ਰੋਕੀ ਰਕਮ ਜਾਰੀ ਕਰਨ ਦਾ ਹੁਕਮ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕਾ ਵਿੱਚ ਗ੍ਰੀਨ ਕਾਰਡ ਹਾਸਲ ਕਰਨ ਦੀ ਉਮੀਦ ਲਗਾਈ ਬੈਠੇ ਭਾਰਤੀ ਪ੍ਰੋਫੈਸ਼ਨਲਜ਼ ਲਈ ਚਿੰਤਾ ਵਾਲੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿੱਚ ਖਾਸ ਹੁਨਰ ਵਾਲੇ ਵਿਦੇਸ਼ੀ ਕਾਮਿਆਂ ਲਈ ਗ੍ਰੀਨ ਕਾਰਡ ਦੇਣ ਦੀ ਮਨਜ਼ੂਰੀ ਦਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਸ ਦਾ ਸਭ ਤੋਂ ਵੱਧ ਅਸਰ ਭਾਰਤੀ ਅਰਜ਼ੀਦਾਰਾਂ ਤੇ ਪਿਆ ਹੈ। ਡੇਟਾ ਦੇ ਮੁਤਾਬਕ ਖਾਸ ਹੁਨਰ ਅਤੇ ਉਪਲਬਧੀਆਂ ਵਾਲੇ ਲੋਕਾਂ ਲਈ ਗ੍ਰੀਨ ਕਾਰਡ ਦੇਣ ਵਾਲੀ EB-1A ਕੈਟਾਗਰੀ ਵਿੱਚ ਭਾਰਤੀਆਂ ਦੀ ਮਨਜ਼ੂਰੀ ਦਰ ਵਿੱਤੀ ਸਾਲ 2025 ਦੇ ਵਿੱਚ 49.1% ਸੀ, ਜੋ ਵਿੱਤੀ ਸਾਲ 2026 ਦੇ ਪਹਿਲੇ 2 ਤਿਮਾਹੀਆਂ ਦੇ ਵਿੱਚ ਘਟ ਕੇ ਕਰੀਬ 35% ਰਹਿ ਗਈ ਹੈ। ਆંકੜਿਆਂ ਦੇ ਅਨੁਸਾਰ ਫਿਸਕਲ ਈਅਰ 2025 ਵਿੱਚ ਭਾਰਤੀਆਂ ਵੱਲੋਂ 14,250 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਹਨਾਂ ਦੇ ਵਿੱਚੋਂ 6,993 ਮਨਜ਼ੂਰ ਹੋਈਆਂ, ਜਦਕਿ 1,474 ਰੱਦ ਕਰ ਦਿੱਤੀਆਂ ਗਈਆਂ ਸੀ ਅਰਜ਼ੀਆਂ। ਸੋ ਫਿਸਕਲ ਈਅਰ 2026 ਦੀਆਂ ਪਹਿਲੀਆਂ 2 ਤਿਮਾਹੀਆਂ ਵਿੱਚ ਭਾਰਤੀਆਂ ਨੇ 7,316 ਪਟੀਸ਼ਨਾਂ ਦਾਇਰ ਕੀਤੀਆਂ, ਜਿਨ੍ਹਾਂ ਵਿੱਚੋਂ 2,551 ਜਾਂ 171 ਮਨਜ਼ੂਰ ਅਤੇ 1131 ਰੱਦ ਹੋਈਆਂ। ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਇਸ ਗਿਰਾਵਟ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਟੈਕਨੋਲੋਜੀ ਵਰਕਰਾਂ ਤੇ ਪੈ ਰਿਹਾ ਹੈ। ਭਾਰਤ ਤੋਂ ਬਾਅਦ ਚੀਨੀ ਅਰਜ਼ੀਕਾਰ ਵੀ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਦੋਵੇਂ ਦੇਸ਼ EB-1A ਕੈਟਾਗਰੀ ਵਿੱਚ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਾਇਰ ਕਰਦੇ ਹਨ। ਇਹ ਗਿਰਾਵਟ ਅਮਰੀਕਾ ਦੀ ਸਖਤ ਹੋ ਰਹੀ ਇਮੀਗ੍ਰੇਸ਼ਨ ਨੀਤੀ ਦੇ ਦੌਰਾਨ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਇਹ ਕਹਿਣਾ ਹੈ ਕਿ ਭਾਵੇਂ ਕਾਨੂੰਨ ਵਿੱਚ ਵੱਡਾ ਬਦਲਾਅ ਨਹੀਂ ਹੋਇਆ, ਪਰ USCIS ਵੱਲੋਂ ਅਰਜ਼ੀਆਂ ਦੀ ਜਾਂਚ ਦੌਰਾਨ ਸਬੂਤਾਂ ਲਈ ਕਾਫੀ ਉੱਚਾ ਮਾਪਦੰਡ ਅਪਣਾਇਆ ਜਾ ਰਿਹਾ ਹੈ। ਮਾਹਰਾਂ ਦੇ ਮੁਤਾਬਕ ਹੁਣ ਸਿਰਫ ਕੁਝ ਮਾਪਦੰਡ ਪੂਰੇ ਕਰਨਾ ਕਾਫੀ ਨਹੀਂ ਮੰਨਿਆ ਜਾ ਰਿਹਾ। ਲੀਡਰਸ਼ਿਪ ਰੋਲ, ਵੱਡੀ ਤਨਖਾਹ ਜਾਂ ਕਿਸੇ ਮਸ਼ਹੂਰ ਸੰਸਥਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਵਰਗੇ ਸਬੂਤਾਂ ਨੂੰ ਵੀ ਹੋਰ ਮਜ਼ਬੂਤ ਦਸਤਾਵੇਜ਼ਾਂ ਨਾਲ ਸਾਬਤ ਕਰਨ ਦੀ ਲੋੜ ਪੈ ਰਹੀ ਹੈ। ਭਾਰਤੀਆਂ ਲਈ ਮੁਸ਼ਕਲ ਇਸ ਕਰਕੇ ਵੀ ਵੱਧ ਰਹੀ ਹੈ ਕਿਉਂਕਿ EB-2 ਅਤੇ EB-3 ਗ੍ਰੀਨ ਕਾਰਡ ਬੈਕਲੌਗ ਲੰਮੇ ਸਮੇਂ ਤੱਕ ਚੱਲ ਰਹੇ ਹਨ। ਇਸ ਕਾਰਨ ਕੁਝ ਭਾਰਤੀ ਪ੍ਰੋਫੈਸ਼ਨਲਸ ਹੁਣ EB-1C, EB-5 ਜਾਂ ਕੈਨੇਡਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਮੌਕਿਆਂ ਵੱਲ ਵੀ ਦੇਖ ਰਹੇ ਹਨ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਨਹੀਂ ਆਉਂਦੀ ਤਾਂ ਖਾਸ ਹੁਨਰ ਵਾਲੇ ਭਾਰਤੀ ਪ੍ਰੋਫੈਸ਼ਨਲਸ ਲਈ ਅਮਰੀਕਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨਾ ਹੋਰ ਮੁਸ਼ਕਿਲ ਹੋ ਸਕਦਾ ਹੈ। ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਤਾਜ਼ਾ ਰਿਪੋਰਟਾਂ ਦੇ ਮੁਤਾਬਕ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ਕਿ ਆਈਸ ਨੇ ਆਪਣੀਆਂ ਗ੍ਰਿਫਤਾਰੀਆਂ ਰਣਨੀਤੀਆਂ ਵਿੱਚ ਵੱਡਾ ਬਦਲਾਅ ਕੀਤਾ ਹੈ ਅਤੇ ਹਾਲੀਆ ਮਹੀਨਿਆਂ ਦੇ ਵਿੱਚ ਅਰੈਸਟ ਨਵੇਂ ਉੱਚ ਪੱਧਰਾਂ ਤੱਕ ਪਹੁੰਚੀਆਂ ਹਨ। ਹੁਣ ਆਈਸ ਦੀ ਕਾਰਵਾਈ ਸਿਰਫ ਜੇਲ੍ਹਾਂ, ਘਰਾਂ ਜਾਂ ਵਰਕ ਸਾਈਟਾਂ ਤੱਕ ਸੀਮਿਤ ਨਹੀਂ ਰਹੀ, ਸਗੋਂ 에ਅਰਪੋਰਟ ਵੀ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਇੱਕ ਮਹੱਤਵਪੂਰਨ ਸਥਾਨ ਬਣ ਰਹੇ ਹਨ। ਤਾਜ਼ਾ ਜਾਣਕਾਰੀ ਦੇ ਮੁਤਾਬਕ ਆਈਸ ਅਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ TSA ਵਿਚਾਲੇ ਵਧੇਰੇ ਸਹਿਯੋਗ ਦੇ ਨਾਲ ਕੁਝ ਯਾਤਰੀਆਂ ਦੀ ਜਾਣਕਾਰੀ ਇਮੀਗ੍ਰੇਸ਼ਨ ਇਨਫੋਰਸਮੈਂਟ ਲਈ ਵਰਤੀ ਜਾ ਰਹੀ ਹੈ। ਰਿਊਟਰਸ ਦੀ ਪਹਿਲਾਂ ਸਾਹਮਣੇ ਆਈ ਜਾਂਚ ਦੇ ਮੁਤਾਬਕ TSA ਵੱਲੋਂ ਆਈਸ ਨਾਲ 31,000 ਤੋਂ ਵੱਧ ਯਾਤਰੀ ਰਿਕਾਰਡ ਸਾਂਝੇ ਕੀਤੇ ਗਏ ਸਨ ਅਤੇ ਇਸ ਨਾਲ 800 ਤੋਂ ਵੱਧ ਇਮੀਗ੍ਰੇਸ਼ਨ ਅਰੈਸਟ ਹੋਈਆਂ। ਹੁਣ ਨਵੀਆਂ ਰਿਪੋਰਟਾਂ ਦੱਸਦੀਆਂ ਹਨ ਕਿ 에ਅਰਪੋਰਟ ਤੇ ਇਹ ਇਨਫੋਰਸਮੈਂਟ ਹੋਰ ਵਧੀ ਹੈ। ABC ਨਿਊਜ਼ ਦੇ ਮੁਤਾਬਕ ਆਈਸ ਨੇ ਘੱਟੋ-ਘੱਟ 9 ਰਾਜਾਂ ਦੇ 에ਅਰਪੋਰਟਾਂ ਤੇ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਸਨ ਜਾਂ ਜਿਨ੍ਹਾਂ ਦੇ ਇਮੀਗ੍ਰੇਸ਼ਨ ਕੇਸਿਸ ਅਜੇ ਪੈਂਡਿੰਗ ਸਨ। ਕੁਝ ਗ੍ਰਿਫਤਾਰੀਆਂ ਡੋਮੈਸਟਿਕ ਫਲਾਈਟਸ ਨਾਲ ਯਾਤਰਾ ਕਰਨ ਵਾਲਿਆਂ ਦੀਆਂ ਵੀ ਹੋਈਆਂ ਹਨ। ਇਸ ਕਾਰਨ ਇਮੀਗ੍ਰੇਸ਼ਨ ਅਟਾਰਨੀਜ਼ ਆਪਣੇ ਕਲਾਇੰਟਸ ਨੂੰ ਹਵਾਈ ਯਾਤਰਾ ਤੋਂ ਪਹਿਲਾਂ ਆਪਣੀ ਇਮੀਗ੍ਰੇਸ਼ਨ ਹਿਸਟਰੀ ਅਤੇ ਕੇਸ ਸਟੇਟਸ ਦੀ ਜਾਂਚ ਕਰਨ ਦੀ ਸਲਾਹ ਦੇ ਰਹੇ ਹਨ।
ਇੱਕ ਹੋਰ ਤਾਜ਼ਾ ਰਿਪੋਰਟ ਦੇ ਮੁਤਾਬਕ ਆਈਸ ਨੇ ਹਾਲੀਆ ਸਮੇਂ ਦੌਰਾਨ ਏਅਰਪੋਰਟਾਂ ਤੇ ਔਸਤਨ 20 ਤੋਂ 40 ਲੋਕ ਪ੍ਰਤੀ ਦਿਨ ਗ੍ਰਿਫਤਾਰ ਕੀਤੇ। ਇਸੇ ਦੌਰਾਨ ਵਾਈਟ ਹਾਊਸ ਵੱਲੋਂ ਆਈਸ ਉੱਤੇ ਰੋਜ਼ਾਨਾ ਲਗਭਗ 2000 ਅਰੈਸਟ ਦਾ ਟੀਚਾ ਹਾਸਲ ਕਰਨ ਲਈ ਦਬਾਅ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਏਜੰਸੀ ਨੇ ਵਧੇਰੇ ਤੇਜ਼ ਅਤੇ ਘੱਟ ਦਿਖਾਈ ਦੇਣ ਵਾਲੀਆਂ ਐਨਫੋਰਸਮੈਂਟ ਟੈਕਟਿਕਸ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋ ਕੈਲੀਫੋਰਨੀਆ ਵੀ ਇਸ ਕਾਰਵਾਈ ਤੋਂ ਬਚਿਆ ਨਹੀਂ ਹੈ। ਬੇ ਏਰੀਆ ਵਿੱਚ ਘੱਟੋ-ਘੱਟ 11 ਲੋਕਾਂ ਨੂੰ 에ਅਰਪੋਰਟ ਇਨਫੋਰਸਮੈਂਟ ਦੌਰਾਨ ਹਿਰਾਸਤ ਵਿੱਚ ਲਏ ਜਾਣ ਦੀ ਰਿਪੋਰਟ ਹੈ। ਇਹਨਾਂ ਵਿੱਚ ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਦੇ ਅਸਾਈਲਮ ਜਾਂ ਗ੍ਰੀਨ ਕਾਰਡ ਐਪਲੀਕੇਸ਼ਨਸ ਪੈਂਡਿੰਗ ਸਨ ਅਤੇ ਕੁਝ ਲੋਕ ਵਰਕ ਪਰਮਿਟਸ ਵੀ ਸਨ। ਇਸ ਦੇ ਨਾਲ ਹੀ ਆਈਸ ਡਿਟੈਂਸ਼ਨ ਸਿਸਟਮ ਉੱਤੇ ਵੀ ਦਬਾਅ ਵਧਿਆ ਹੈ। ਜੁਲਾਈ ਦੇ ਵਿੱਚ ਉਪਲਬਧ ਆંકੜਿਆਂ ਦੇ ਮੁਤਾਬਕ ਆਈਸ ਕਸਟਡੀ ਵਿੱਚ ਲੋਕਾਂ ਦੀ ਗਿਣਤੀ 65000 ਤੋਂ ਵੱਧ ਸੀ। ਦੂਜੇ ਪਾਸੇ ਜੂਨ ਦੇ ਅਖੀਰ ਵਿੱਚ ਸਿਰਫ 5 ਦਿਨਾਂ ਦੌਰਾਨ ਲਗਭਗ 10000 ਅਰੈਸਟਸ यानी औसतन 2000 प्रतिदिन होने की रिपोर्ट सामने आई है। ਇਹ ਸਥਿਤੀ ਖਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਸਪਸ਼ਟ ਨਹੀਂ ਹੈ, ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਹੈ, ਰਿਮੂਵਲ ਆਰਡਰ ਹੈ ਜਾਂ ਅਸਾਈਲਮ ਗ੍ਰੀਨ ਕਾਰਡ ਜਾਂ ਹੋਰ ਕੋਈ ਇਮੀਗ੍ਰੇਸ਼ਨ ਐਪਲੀਕੇਸ਼ਨਸ ਪੈਂਡਿੰਗ ਹੈ। ਸਿਰਫ ਡੋਮੈਸਟਿਕ ਫਲਾਈਟ ਹੋਣ ਨਾਲ ਇਹ ਮੰਨਣਾ ਸੁਰੱਖਿਅਤ ਨਹੀਂ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਕੋਈ ਖਤਰਾ ਨਹੀਂ ਹੋਵੇਗਾ। ਅਮਰੀਕਾ ਦੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਪਬਲਿਕ ਚਾਰਜ ਨਾਲ ਜੁੜੇ ਇਮੀਗ੍ਰੇਸ਼ਨ ਨਿਯਮਾਂ ਬਾਰੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਦਾ ਮਕਸਦ ਇਹ ਸਪਸ਼ਟ ਕਰਨਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀ ਕਿਸ ਤਰ੍ਹਾਂ ਇਹ ਫੈਸਲਾ ਕਰਨਗੇ ਕਿ ਕੋਈ ਵਿਅਕਤੀ ਭਵਿੱਖ ਵਿੱਚ ਸਰਕਾਰੀ ਮਦਦ ਤੇ ਨਿਰਭਰ ਹੋ ਕੇ ਪਬਲਿਕ ਚਾਰਜ ਬਣ ਸਕਦਾ ਹੈ ਜਾਂ ਨਹੀਂ। ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਜੇ ਅਧਿਕਾਰੀ ਨੂੰ ਲੱਗੇ ਕਿ ਕੋਈ ਵਿਅਕਤੀ ਭਵਿੱਖ ਵਿੱਚ ਮੁੱਖ ਤੌਰ ਤੇ ਸਰਕਾਰ ਤੇ ਨਿਰਭਰ ਹੋ ਸਕਦਾ ਹੈ ਤਾਂ ਕੁਝ ਹਾਲਾਤਾਂ ਵਿੱਚ ਉਸ ਨੂੰ ਅਮਰੀਕਾ ਲਈ ਇਨਐਡਮਿਸਿਬਲ ਮੰਨਿਆ ਜਾ ਸਕਦਾ ਹੈ। ਇਸ ਦਾ ਅਸਰ ਵੀਜ਼ਾ ਜਾਂ ਗ੍ਰੀਨ ਕਾਰਡ ਵਰਗੀਆਂ ਕੁਝ ਇਮੀਗ੍ਰੇਸ਼ਨ ਅਰਜ਼ੀਆਂ ਤੇ ਪੈ ਸਕਦਾ ਹੈ। ਨਵੀਂ ਗਾਈਡਲਾਈਨ ਦੇ ਮੁਤਾਬਕ ਯੂਐਸਸੀਆਈਐਸ ਅਧਿਕਾਰੀ ਕਿਸੇ ਇੱਕ ਕਾਰਕ ਨੂੰ ਦੇਖ ਕੇ ਫੈਸਲਾ ਨਹੀਂ ਕਰਨਗੇ। ਉਹ ਸਾਰੇ ਹਾਲਾਤਾਂ ਅਤੇ ਉਪਲਬਧ ਸਬੂਤਾਂ ਨੂੰ ਇਕੱਠੇ ਦੇਖ ਕੇ ਇਹ ਅੰਦਾਜ਼ਾ ਲਗਾਉਣਗੇ ਕਿ ਬਿਨੇਕਾਰ ਭਵਿੱਖ ਵਿੱਚ ਪਬਲਿਕ ਚਾਰਜ ਬਣਨ ਦੀ ਸੰਭਾਵਨਾ ਰੱਖਦਾ ਹੈ ਜਾਂ ਨਹੀਂ। ਇਸ ਮੁਲਾਂਕਣ ਦੇ ਵਿੱਚ ਬਿਨੇਕਾਰ ਦੀ ਉਮਰ, ਪਰਿਵਾਰਕ ਹਾਲਾਤ, ਆਰਥਿਕ ਸਥਿਤੀ, ਸਿਹਤ, ਸਿੱਖਿਆ ਅਤੇ ਹੁਨਰ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਇੱਥੇ ਇੱਕ ਅਹਿਮ ਗੱਲ ਇਹ ਹੈ ਕਿ ਹਰ ਸਰਕਾਰੀ ਬੈਨੀਫਿਟ ਲੈਣ ਵਾਲੇ ਵਿਅਕਤੀ ਨੂੰ ਪਬਲਿਕ ਚਾਰਜ ਨਹੀਂ ਮੰਨਿਆ ਜਾਵੇਗਾ। ਪਬਲਿਕ ਚਾਰਜ ਦੀ ਜਾਂਚ ਖਾਸ ਇਮੀਗ੍ਰੇਸ਼ਨ ਸ਼੍ਰੇਣੀਆਂ ਅਤੇ ਕਾਨੂੰਨ ਦੇ ਵਿੱਚ ਦਿੱਤੇ ਨਿਯਮਾਂ ਦੇ ਅਨੁਸਾਰ ਕੀਤੀ ਜਾਂਦੀ ਹੈ। ਕਈ ਬੈਨੀਫਿਟਸ ਇਸ ਮੁਲਾਂਕਣ ਤੋਂ ਬਾਹਰ ਵੀ ਹੋ ਸਕਦੇ ਹਨ। ਅਮਰੀਕਾ ਵਿੱਚ ਗ੍ਰੀਨ ਕਾਰਡ ਜਾਂ ਹੋਰ ਇਮੀਗ੍ਰੇਸ਼ਨ ਸਟੇਟਸ ਲਈ ਅਪਲਾਈ ਕਰ ਰਹੇ ਭਾਰਤੀਆਂ ਨੂੰ ਹੁਣ ਆਪਣੀ ਆਮਦਨ, ਨੌਕਰੀ, ਪਰਿਵਾਰਕ ਸਥਿਤੀ ਅਤੇ ਹੋਰ ਸਪੋਰਟਿੰਗ ਡਾਕੂਮੈਂਟਸ ਸਹੀ ਢੰਗ ਨਾਲ ਤਿਆਰ ਰੱਖਣੇ ਮਹੱਤਵਪੂਰਨ ਹੋ ਸਕਦੇ ਹਨ। ਯੂਐਸਸੀਆਈਐਸ ਨੇ ਇਹ ਗਾਈਡਲਾਈਨ ਆਪਣੀ ਪਾਲਿਸੀ ਮੈਨੂਅਲ ਦੇ ਵਿੱਚ ਸ਼ਾਮਲ ਕੀਤੀ ਹੈ ਅਤੇ ਇਹ ਪਬਲਿਕ ਚਾਰਜ ਇਨਐਡਮਿਸਿਬਿਲਿਟੀ ਡਿਟਰਮੀਨੇਸ਼ਨਸ ਕਰਨ ਵਾਲੇ ਅਧਿਕਾਰੀਆਂ ਲਈ ਦਿਸ਼ਾ ਨਿਰਦੇਸ਼ ਦਿੰਦੀ ਹੈ। ਸੋ ਅਮਰੀਕਾ ਹੁਣ ਕੁਝ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ ਬਿਨੇਕਾਰ ਦੀ ਭਵਿੱਖੀ ਆਰਥਿਕ ਸਥਿਤੀ ਅਤੇ ਸਰਕਾਰੀ ਸਹਾਇਤਾ ਤੇ ਨਿਰਭਰਤਾ ਦੀ ਸੰਭਾਵਨਾ ਨੂੰ ਹੋਰ ਧਿਆਨ ਦੇ ਨਾਲ ਦੇਖੇਗਾ। ਹਾਲਾਂਕਿ ਇਹ ਨਿਯਮ ਹਰ ਇਮੀਗ੍ਰੈਂਟ ਜਾਂ ਹਰ ਸਰਕਾਰੀ ਬੈਨੀਫਿਟ ਲੈਣ ਵਾਲੇ ਵਿਅਕਤੀ ਤੇ ਆਪਣੇ ਆਪ ਲਾਗੂ ਨਹੀਂ ਹੁੰਦਾ। 7 ਅਗਸਤ ਨੂੰ ਪ੍ਰਕਾਸ਼ਿਤ ਇੱਕ ਵੱਡੀ ਅਮਰੀਕੀ ਇਮੀਗ੍ਰੇਸ਼ਨ ਰਿਪੋਰਟ ਦੇ ਮੁਤਾਬਕ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਕੋਲ ਬਕਾਇਆ ਅਰਜ਼ੀਆਂ ਅਤੇ ਪਟੀਸ਼ਨਾਂ ਦੀ ਗਿਣਤੀ 11.3 ਮਿਲੀਅਨ ਯਾਨੀ ਲਗਭਗ 1 ਕਰੋੜ 13 ਲੱਖ ਤੱਕ ਪਹੁੰਚ ਗਈ ਹੈ। ਇਸ ਦਾ ਅਸਰ ਗ੍ਰੀਨ ਕਾਰਡ, ਨਾਗਰਿਕਤਾ, ਕੰਮ ਦੀ ਮਨਜ਼ੂਰੀ ਅਤੇ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਅਰਜ਼ੀਆਂ ਉੱਤੇ ਪੈ ਰਿਹਾ ਹੈ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਵਿਸ਼ਲੇਸ਼ਣ ਦੇ ਅਨੁਸਾਰ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ ਤੋਂ ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ਤੱਕ ਬਕਾਇਆ ਮਾਮਲੇ 9.7 ਮਿਲੀਅਨ ਤੋਂ ਵੱਧ ਕੇ 11.3 ਮਿਲੀਅਨ ਹੋ ਗਏ। ਇਹ 16.5% ਵਾਧਾ ਹੈ। ਇਸੇ ਸਮੇਂ ਦੌਰਾਨ ਯੂਐਸਸੀਆਈਐਸ ਨੂੰ 33.6% ਘੱਟ ਅਰਜ਼ੀਆਂ ਮਿਲੀਆਂ, ਪਰ ਨਿਪਟਾਏ ਗਏ ਮਾਮਲਿਆਂ ਦੀ ਗਿਣਤੀ 40.8% ਘੱਟ ਗਈ। ਕੰਮ ਦੀ ਮਨਜ਼ੂਰੀ ਲਈ I-765 ਅਰਜ਼ੀਆਂ ਦਾ ਬਕਾਇਆ 38% ਵਧਿਆ। ਸਮੁੱਚੀ ਨਾਮਨਜ਼ੂਰੀ ਦਰ ਵੀ 8.9 ਤੋਂ ਵੱਧ ਕੇ 12.2% ਹੋ ਗਈ। ਕੌਂਸਲ ਦੇ ਹਿਸਾਬ ਦੇ ਅਨੁਸਾਰ ਮੌਜੂਦਾ ਰਫ਼ਤਾਰ ਦੇ ਨਾਲ ਸਾਰੇ ਬਕਾਇਆ ਮਾਮਲੇ ਨਿਪਟਾਉਣ ਦੇ ਲਈ ਅੰਦਾਜ਼ਨ ਸਮਾਂ 9.4 ਮਹੀਨਿਆਂ ਤੋਂ ਵੱਧ ਕੇ 18.6 ਮਹੀਨੇ ਹੋ ਗਿਆ ਹੈ। ਇਹ ਕਿਸੇ ਇੱਕ ਵਿਅਕਤੀ ਦੀ ਅਰਜ਼ੀ ਦਾ ਸਰਕਾਰੀ ਕਾਰਵਾਈ ਸਮਾਂ ਨਹੀਂ, ਸਗੋਂ ਸਮੁੱਚੇ ਬਕਾਏ ਨੂੰ ਨਿਪਟਾਉਣ ਦਾ ਅੰਦਾਜ਼ਾ ਹੈ। ਇਹ ਖਬਰ 17 ਅਗਸਤ ਨੂੰ ਸਾਹਮਣੇ ਆਈ ਹੈ, ਪਰ ਇਸ ਦੇ ਆંકੜੇ ਪਹਿਲੀ ਤਿਮਾਹੀ ਦੇ ਯੂਐਸਸੀਆਈਐਸ ਰਿਕਾਰਡ ਅਤੇ 5 ਅਗਸਤ ਨੂੰ ਜਾਰੀ ਕੀਤੇ ਗਏ ਵਿਸ਼ਲੇਸ਼ਣ ਉੱਤੇ ਆਧਾਰਿਤ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਰਾਜਨੀਤਿਕ ਸਥਿਤੀ ਕਦੇ ਵੀ ਇੰਨੀ ਮਾੜੀ ਨਹੀਂ ਰਹੀ। ਉਹਨਾਂ ਦੀ ਲੋਕਪ੍ਰਿਯਤਾ ਦਰ ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਰਾਇਟਰਸ ਅਤੇ ਇਪਸੋਸ ਦੇ ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਅਮਰੀਕੀਆਂ ਨੂੰ ਡਰ ਹੈ ਕਿ ਈਰਾਨ ਦੇ ਨਾਲ ਅਮਰੀਕਾ ਦੀ ਜੰਗ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਅਤੇ ਇਸੇ ਕਰਕੇ ਉਹ ਰਾਸ਼ਟਰਪਤੀ ਨੂੰ ਨਾਪਸੰਦ ਕਰਦੇ ਹਨ।
ਇਸ 4 ਦਿਨਾਂ ਦੇ ਸਰਵੇਖਣ ਵਿੱਚ ਸਿਰਫ 33% ਲੋਕਾਂ ਨੇ ਟਰੰਪ ਦੇ ਪ੍ਰਦਰਸ਼ਨ ਨੂੰ ਮਨਜ਼ੂਰੀ ਦਿੱਤੀ, ਜਦਕਿ 64% ਨੇ ਇਸ ਦੀ ਆਲੋਚਨਾ ਕੀਤੀ। ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਟਰੰਪ ਦੀ ਪ੍ਰਵਾਨਗੀ ਰੇਟਿੰਗ 35% ਸੀ। ਹੁਣ ਉਹਨਾਂ ਦੀ ਪ੍ਰਵਾਨਗੀ ਰੇਟਿੰਗ ਉਹਨਾਂ ਦੇ ਮੌਜੂਦਾ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਹੈ। ਇਹ ਉਹਨਾਂ ਦੇ ਪਿਛਲੇ ਕਾਰਜਕਾਲ ਦਾ ਸਭ ਤੋਂ ਹੇਠਲਾ ਪੱਧਰ ਹੈ, ਜੋ ਦਸੰਬਰ 2017 ਵਿੱਚ ਪਹੁੰਚਿਆ ਸੀ। ਦੂਜੇ ਸ਼ਬਦਾਂ ਦੇ ਵਿੱਚ ਸਥਿਤੀ ਕਦੇ ਵੀ ਇੰਨੀ ਮਾੜੀ ਨਹੀਂ ਰਹੀ। ਜਦੋਂ ਟਰੰਪ ਪਿਛਲੇ ਸਾਲ ਵਾਈਟ ਹਾਊਸ ਵਾਪਸ ਆਏ ਤਾਂ ਦੇਸ਼ ਦੇ ਲਗਭਗ ਅੱਧੇ ਹਿੱਸੇ ਨੇ ਉਹਨਾਂ ਦੇ ਰਾਸ਼ਟਰਪਤੀ ਦਾ ਸਮਰਥਨ ਕੀਤਾ। ਹਾਲਾਂਕਿ ਇਸ ਸਾਲ ਉਹਨਾਂ ਦੀ ਲੋਕਪ੍ਰਿਯਤਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਇਜ਼ਰਾਈਲ ਦੇ ਸਹਿਯੋਗ ਦੇ ਨਾਲ ਈਰਾਨ ਤੇ ਹਮਲੇ ਦਾ ਆਦੇਸ਼ ਦਿੱਤਾ। ਯੁੱਧ ਨੇ ਹਾਰਮੁਜ਼ ਸਟ੍ਰੇਟ ਨੂੰ ਰੋਕ ਦਿੱਤਾ, ਜਿਸ ਨਾਲ ਦੁਨੀਆ ਦੇ ਤੇਲ ਵਪਾਰ ਦਾ ਲਗਭਗ 5ਵਾਂ ਹਿੱਸਾ ਪ੍ਰਭਾਵਿਤ ਹੋਇਆ। ਇਸ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਨਾਲ ਅਮਰੀਕੀ ਪਰਿਵਾਰਾਂ ਦੀਆਂ ਜੇਬਾਂ ਤੇ ਅਸਰ ਪਿਆ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਵੀ ਅਸਰ ਪਿਆ, ਜੋ ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿੱਚ ਆਪਣਾ ਸੰਸਦੀ ਬਹੁਮਤ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਈਰਾਨ ਮਜ਼ਬੂਤੀ ਨਾਲ ਕਾਇਮ ਹੈ। ਟਕਰਾਅ ਘੱਟ ਹੋਣ ਦੇ ਬਾਵਜੂਦ ਈਰਾਨ ਨੇ ਹਾਰਮੁਜ਼ ਸਟ੍ਰੇਟ ਰਾਹੀਂ ਤੇਲ ਵਪਾਰ ਨੂੰ ਵੱਡੇ ਪੱਧਰ ਤੇ ਰੋਕ ਦਿੱਤਾ ਹੈ। ਰਾਈਟਰਸ ਅਤੇ ਇਪਸੋਸ ਦੇ ਇੱਕ ਸਰਵੇਖਣ ਵਿੱਚ ਲਗਭਗ 80% ਅਮਰੀਕੀਆਂ ਨੇ ਇਹ ਕਿਹਾ ਕਿ ਈਰਾਨ ਵਿੱਚ ਅਮਰੀਕਾ ਦੀ ਸ਼ਮੂਲੀਅਤ ਲੰਬੇ ਸਮੇਂ ਲਈ ਹੋ ਸਕਦੀ ਹੈ, ਜਿਸ ਵਿੱਚ 87% ਡੈਮੋਕ੍ਰੇਟ ਅਤੇ 71% ਰਿਪਬਲਿਕਨ ਸ਼ਾਮਲ ਹਨ। ਸਿਰਫ 16% ਦਾ ਇਹ ਮੰਨਣਾ ਹੈ ਕਿ ਟਕਰਾਅ ਕੁਝ ਹਫ਼ਤਿਆਂ ਵਿੱਚ ਖਤਮ ਹੋ ਜਾਵੇਗਾ। ਸੋ ਰਾਈਟਰਸ ਦੁਆਰਾ ਆਨਲਾਈਨ ਕੀਤੇ ਗਏ ਇਸ ਸਰਵੇਖਣ ਵਿੱਚ ਪੂਰੇ ਅਮਰੀਕਾ ਵਿੱਚ 1166 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਵੇਖਣ ਵਿੱਚ 3% ਅੰਕਾਂ ਤੱਕ ਦੀ ਗਲਤੀ ਦਾ ਅੰਤਰ ਹੈ। ਅਮਰੀਕਾ ਵਿੱਚ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਤੋਂ ਬਿਨਾਂ ਪਹੁੰਚੇ ਪ੍ਰਵਾਸੀ ਬੱਚਿਆਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਦੇ ਇੱਕ ਸੰਘੀ ਅਦਾਲਤ ਨੇ ਸਰਕਾਰ ਨੂੰ ਉਹ ਰਕਮ ਤੁਰੰਤ ਜਾਰੀ ਕਰਨ ਦਾ ਹੁਕਮ ਦਿੱਤਾ ਹੈ, ਜਿਸ ਰਾਹੀਂ ਇਨ੍ਹਾਂ ਬੱਚਿਆਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਮੁਫਤ ਜਾਂ ਸਰਕਾਰੀ ਸਹਾਇਤਾ ਨਾਲ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਆਕਲੈਂਡ ਵਿੱਚ ਸੰਘੀ ਜੱਜ ਅਰਾਸੀਲੀ ਮਾਰਟੀਨੇਜ਼ ਨੇ ਪ੍ਰਵਾਸੀ ਅਧਿਕਾਰਾਂ ਅਤੇ ਕਾਨੂੰਨੀ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ ਦੀ ਹੰਗਾਮੀ ਅਰਜ਼ੀ ਮਨਜ਼ੂਰ ਕਰਦਿਆਂ ਸਰਕਾਰ ਨੂੰ ਦਸੰਬਰ ਤੋਂ ਰੋਕੀ ਹੋਈ ਰਕਮ ਜਾਰੀ ਕਰਨ ਲਈ ਕਿਹਾ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਹੋਰ ਜਾਣਕਾਰੀ ਜਾਂ ਨਵੀਆਂ ਸ਼ਰਤਾਂ ਦੇ ਨਾਂ ਤੇ ਇਸ ਰਕਮ ਨੂੰ ਰੋਕ ਕੇ ਨਹੀਂ ਰੱਖ ਸਕਦੀ। ਇਹ ਰਕਮ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਧੀਨ ਸ਼ਰਨਾਰਥੀ ਪੁਨ ਵਸੇਬਾ ਦਫ਼ਤਰ ਦੇ ਪ੍ਰੋਗਰਾਮ ਰਾਹੀਂ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਦੇ ਨਾਲ ਜੁੜੇ ਵਕੀਲ ਅਤੇ ਸਮਾਜਿਕ ਸੰਸਥਾਵਾਂ ਮਾਪਿਆਂ ਤੋਂ ਬਿਨਾਂ ਆਏ ਬੱਚਿਆਂ ਨੂੰ ਉਹਨਾਂ ਦੇ ਇਮੀਗ੍ਰੇਸ਼ਨ ਮਾਮਲੇ ਸੁਲਝਾਉਣ ਜਾਂ ਸਮਝਾਉਣ, ਅਦਾਲਤੀ ਸੁਣਵਾਈਆਂ ਲਈ ਤਿਆਰ ਕਰਨ ਅਤੇ ਲੋੜ ਪੈਣ ਤੇ ਉਹਨਾਂ ਦੀ ਕਾਨੂੰਨੀ ਨੁਮਾਇੰਦਗੀ ਕਰਨ ਵਿੱਚ ਸਹਾਇਤਾ ਦਿੰਦੀਆਂ ਹਨ। ਕਾਨੂੰਨੀ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਰਕਮ ਰੁਕਣ ਦੇ ਕਾਰਨ ਕਈ ਬੱਚਿਆਂ ਦੇ ਸ਼ਰਨ ਅਤੇ ਹੋਰ ਇਮੀਗ੍ਰੇਸ਼ਨ ਮਾਮਲਿਆਂ ਦੀ ਪੈਰਵੀ ਪ੍ਰਭਾਵਿਤ ਹੋ ਰਹੀ ਸੀ। ਕੁਝ ਬੱਚਿਆਂ ਦੀਆਂ ਅਦਾਲਤੀ ਸੁਣਵਾਈਆਂ ਵੀ ਨੇੜੇ ਸਨ, ਪਰ ਉਹਨਾਂ ਨੂੰ ਕਾਨੂੰਨੀ ਸਲਾਹ ਜਾਂ ਵਕੀਲ ਮਿਲਣ ਵਿੱਚ ਮੁਸ਼ਕਿਲ ਪੈਦਾ ਹੋ ਗਈ ਸੀ। ਪਿਛਲੇ ਸਾਲ ਲਗਭਗ 26,000 ਪ੍ਰਵਾਸੀ ਬੱਚਿਆਂ ਦੀ ਕਾਨੂੰਨੀ ਸਹਾਇਤਾ ਪ੍ਰਭਾਵਿਤ ਹੋਣ ਦਾ ਖਤਰਾ ਦੱਸਿਆ ਗਿਆ ਸੀ। ਇਨ੍ਹਾਂ ਬੱਚਿਆਂ ਵਿੱਚੋਂ ਬਹੁਤ ਸਾਰੇ ਅੰਗਰੇਜ਼ੀ ਨਹੀਂ ਜਾਣਦੇ, ਅਮਰੀਕੀ ਕਾਨੂੰਨ ਤੋਂ ਅਣਜਾਣ ਹੁੰਦੇ ਹਨ ਅਤੇ ਆਪਣੇ ਵੱਲੋਂ ਵਕੀਲ ਕਰਨ ਦੀ ਆਰਥਿਕ ਸਮਰੱਥਾ ਵੀ ਨਹੀਂ ਰੱਖਦੇ। ਅਜਿਹੀ ਸਥਿਤੀ ਵਿੱਚ ਕਾਨੂੰਨੀ ਸਹਾਇਤਾ ਬੰਦ ਹੋਣ ਨਾਲ ਬੱਚਿਆਂ ਨੂੰ ਆਪਣਾ ਪੱਖ ਪੇਸ਼ ਕੀਤੇ ਬਿਨਾਂ ਹੀ ਗੰਭੀਰ ਇਮੀਗ੍ਰੇਸ਼ਨ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਅਦਾਲਤ ਨੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਮਾਪਿਆਂ ਤੋਂ ਬਿਨਾਂ ਆਏ ਹਜ਼ਾਰਾਂ ਪ੍ਰਵਾਸੀ ਬੱਚਿਆਂ ਲਈ ਕਾਨੂੰਨੀ ਸੇਵਾਵਾਂ ਜਾਰੀ ਰਹਿਣ ਦਾ ਰਸਤਾ ਸਾਫ਼ ਹੋਇਆ ਹੈ। ਹਾਲਾਂਕਿ ਇਹ ਹੁਕਮ ਕਿਸੇ ਬੱਚੇ ਨੂੰ ਆਪਣੇ ਆਪ ਇਮੀਗ੍ਰੇਸ਼ਨ ਦਰਜਾ ਜਾਂ ਸ਼ਰਨ ਨਹੀਂ ਦਿੰਦਾ, ਪਰ ਉਸ ਨੂੰ ਅਦਾਲਤ ਸਾਹਮਣੇ ਆਪਣਾ ਮਾਮਲਾ ਸਹੀ ਢੰਗ ਨਾਲ ਪੇਸ਼ ਕਰਨ ਲਈ ਲੋੜੀਂਦੀ ਕਾਨੂੰਨੀ ਸਹਾਇਤਾ ਜ਼ਰੂਰ ਮੁਹੱਈਆ ਕਰ ਸਕਦਾ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਦੇਸ਼ ਦੇ ਉਹਨਾਂ 30 ਯੂਨੀਵਰਸਿਟੀਆਂ ਦੇ ਅਕਾਊਂਟ ਦੀ ਜਾਂਚ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਜਾਂ ਫੌਜੀ ਸੰਸਥਾਵਾਂ ਦੇ ਨਾਲ ਸਹਿਯੋਗ ਦਾ ਸਮਝੌਤਾ ਹੈ। ਅਮਰੀਕੀ ਯੂਨੀਵਰਸਿਟੀਆਂ ਦੇ ਨਾਲ ਸਮਝੌਤਾ ਕਰਨ ਵਾਲੇ ਵਿਦੇਸ਼ੀ ਸੰਸਥਾਵਾਂ ਦੇ ਵਿੱਚ ਜ਼ਿਆਦਾਤਰ ਚੀਨ ਦੀਆਂ ਹਨ। ਰੱਖਿਆ ਮੰਤਰਾਲੇ ਦੇ ਹੁਕਮ ਤੇ ਜੋ ਅਮਰੀਕੀ ਯੂਨੀਵਰਸਿਟੀਆਂ 2 ਹਫ਼ਤਿਆਂ ਵਿੱਚ ਆਪਣੇ ਅਕਾਊਂਟ ਦੀ ਜਾਂਚ ਨਹੀਂ ਕਰਵਾਉਂਦੀਆਂ, ਉਹਨਾਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਸਰਕਾਰੀ ਸਹਾਇਤਾ ਰੋਕੀ ਜਾ ਸਕਦੀ ਹੈ ਤੇ ਉਹਨਾਂ ਦੇ ਖਿਲਾਫ ਜਾਂਚ ਵੀ ਸ਼ੁਰੂ ਹੋ ਸਕਦੀ ਹੈ। ਪੈਟਾਂਗਨ ਦਾ ਇਹ ਮੰਨਣਾ ਹੈ ਕਿ ਗਲਤ ਤਰੀਕੇ ਦੇ ਸਹਿਯੋਗ ਨਾਲ ਅਮਰੀਕੀ ਟੈਕਸ ਦੇਣ ਵਾਲਿਆਂ ਦੇ ਪੈਸੇ ਨਾਲ ਹੋਣ ਵਾਲੇ ਖੋਜ ਕਾਰਜ ਸਾਂਝੇ ਹੁੰਦੇ ਹਨ। ਇਹ ਇੱਕ ਤਰ੍ਹਾਂ ਦੀ ਚੋਰੀ ਅਤੇ ਸ਼ੋਸ਼ਣ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨਾਲ ਦੇਸ਼ ਦੀ ਸੁਰੱਖਿਆ, ਆਰਥਿਕ ਅਤੇ ਰਣਨੀਤਿਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ। ਸੋ ਪੈਟਾਂਗਨ ਦੇ ਮੁੱਖ ਤਕਨੀਕੀ ਅਫਸਰ ਆਮੀਲ ਮਾਈਕਲ ਨੇ ਇਹ ਕਿਹਾ ਕਿ ਗਲਤ ਤਰੀਕੇ ਨਾਲ ਸੰਸਥਾਵਾਂ ਨਾਲ ਸਹਿਯੋਗ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਮਾਮਲਾ ਹੈ। ਪੈਟਾਂਗਨ ਦੇ ਐਲਾਨ ਵਿੱਚ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦੀ ਸੰਸਥਾ ਦਾ ਜ਼ਿਕਰ ਨਹੀਂ ਹੈ, ਪਰ ਮੰਤਰਾਲੇ ਦੇ ਸੂਤਰਾਂ ਦੇ ਮੁਤਾਬਕ ਅਮਰੀਕੀ ਹਾਰਵਰਡ ਯੂਨੀਵਰਸਿਟੀ, ਜੋ ਹੰਪਕਿੰਸ ਯੂਨੀਵਰਸਿਟੀ ਅਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਪੈਟਾਂਗਨ ਦੀ ਰਡਾਰ ਤੇ ਹਨ।
ਇਹਨਾਂ ਸੰਸਥਾਵਾਂ ਦਾ ਕਈ ਚੀਨੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਨਾਲ ਸਹਿਯੋਗ ਚੱਲ ਰਿਹਾ ਹੈ, ਜਦਕਿ ਅਮਰੀਕਨ ਕਾਉਂਸਲ ਔਨ ਐਜੂਕੇਸ਼ਨ ਦੀ ਉਪ ਮੁਖੀ ਸਾਰਾ ਸਪ੍ਰੀਟਰਸ ਨੇ ਬਿਨਾਂ ਸਬੂਤਾਂ ਦੇ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਪਟਾਂਗਨ ਦੀ ਜਾਂਚ ਦਾ ਐਲਾਨ ਤੇ ਚਿੰਤਾ ਪ੍ਰਗਟਾਈ ਹੈ। ਵੈਸੇ ਪਟਾਂਗਨ ਨੇ ਅਕਾਊਂਟ ਜਾਂਚ ਤੇ ਹੋਰ ਜਾਂਚ ਦਾ ਫੈਸਲਾ ਉਸ ਵੇਲੇ ਕੀਤਾ ਜਦੋਂ ਉਸ ਦੇ ਸਾਹਮਣੇ 130 ਵਿਦੇਸ਼ੀ ਸੰਸਥਾਵਾਂ ਦੀ ਜਾਣਕਾਰੀ ਆਈ ਜੋ ਅਮਰੀਕਾ ਵਿੱਚ ਸਰਕਾਰੀ ਸਹਾਇਤਾ ਵਾਲੀਆਂ ਸੰਸਥਾਵਾਂ ਵਿੱਚ ਹੋ ਰਹੇ ਖੋਜ ਅਤੇ ਵਿਕਾਸ ਜਿਹੇ ਕੰਮ ਕਰ ਰਹੀਆਂ ਹਨ। ਇਸ ਸੂਚੀ ਵਿੱਚ ਜ਼ਿਆਦਾਤਰ ਚੀਨ ਦੀਆਂ ਸੰਸਥਾਵਾਂ ਹਨ। ਇਸ ਤੋਂ ਬਾਅਦ ਪਟਾਂਗਨ ਨੂੰ ਸ਼ੱਕ ਹੋਇਆ ਕਿ ਅਮਰੀਕੀ ਸੰਸਥਾ ਦੇ ਖੋਜ ਕੰਮ ਅਤੇ ਬੌਧਿਕ ਜਾਇਦਾਦ ਵਿਦੇਸ਼ੀ ਹੱਥਾਂ ਵਿੱਚ ਜਾਰੀ ਹੈ, ਜਿਸ ਦੀ ਵਰਤੋਂ ਅਮਰੀਕਾ ਦੇ ਖਿਲਾਫ ਵੀ ਹੋ ਸਕਦੀ ਹੈ। ਅਮਰੀਕਾ ਵਿੱਚ 2026 ਦੀਆਂ ਮਿਡਟਰਮ ਚੋਣਾਂ ਨੇੜੇ ਆਉਣ ਦੇ ਨਾਲ ਹੀ ਯੂਐਸ ਸੁਪਰੀਮ ਕੋਰਟ ਦੀ ਬਣਤਰ ਅਤੇ ਸ਼ਕਤੀਆਂ ਨੂੰ ਲੈ ਕੇ ਇੱਕ ਵੱਡੀ ਸਿਆਸੀ ਲੜਾਈ ਮੁੜ ਤੇਜ਼ ਹੋ ਗਈ ਹੈ। 16 ਅਗਸਤ 2026 ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਕਈ ਡੈਮੋਕ੍ਰੈਟਿਕ ਲਾਅ ਮੇਕਰਸ ਅਤੇ ਕੈਂਡੀਡੇਟ ਸੁਪਰੀਮ ਕੋਰਟ ਵਿੱਚ ਵੱਡੇ ਸਟਰਕਚਰਲ ਰਿਫਾਰਮਸ ਦੀ ਮੰਗ ਕਰ ਰਹੇ ਹਨ। ਇਹਨਾਂ ਵਿੱਚ ਮੌਜੂਦਾ 9 ਜੱਜਾਂ ਦੀ ਗਿਣਤੀ ਵਧਾ ਕੇ 13 ਕਰਨ, ਜੱਜਾਂ ਦੇ ਲਈ 18 ਸਾਲ ਦੀ ਮਿਆਦ ਨਿਰਧਾਰਤ ਕਰਨ, ਇਸ ਤੋਂ ਇਲਾਵਾ ਬਾਈਂਡਿੰਗ ਐਥਿਕਸ ਰੂਲਸ ਲਾਗੂ ਕਰਨ ਅਤੇ ਸ਼ੈਡੋ ਡੋਕਟ ਉੱਤੇ ਨਵੇਂ ਨਿਯਮ ਬਣਾਉਣ ਵਰਗੀਆਂ ਤਜਵੀਜ਼ਾਂ ਸ਼ਾਮਲ ਹਨ। ਇਸ ਵੇਲੇ ਸੁਪਰੀਮ ਕੋਰਟ ਵਿੱਚ 6 ਤੋਂ 3 ਕੰਜ਼ਰਵੇਟਿਵ ਮੈਜੋਰਿਟੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਕਈ ਆਗੂਆਂ ਦਾ ਦੋਸ਼ ਹੈ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਅਬੋਰਸ਼ਨ ਰਾਈਟਸ, ਵੋਟਿੰਗ ਰਾਈਟਸ ਅਤੇ ਪ੍ਰੈਜ਼ੀਡੈਂਸ਼ੀਅਲ ਪਾਵਰ ਸਮੇਤ ਕਈ ਵੱਡੇ ਮੁੱਦਿਆਂ ਉੱਤੇ ਆਏ ਫੈਸਲਿਆਂ ਨੇ ਅਦਾਲਤ ਦੀ ਦਿਸ਼ਾ ਬਹੁਤ ਬਦਲ ਦਿੱਤੀ ਹੈ। ਦੂਜੇ ਪਾਸੇ ਰਿਪਬਲਿਕਨਸ ਅਤੇ ਕੋਰਟ ਐਕਸਪੈਂਸ਼ਨਸ ਦੇ ਵਿਰੋਧੀਆਂ ਦਾ ਤਰਕ ਹੈ ਕਿ ਜੱਜਾਂ ਦੀ ਗਿਣਤੀ ਵਧਾਉਣ ਦੇ ਨਾਲ ਸੁਪਰੀਮ ਕੋਰਟ ਹੋਰ ਸਿਆਸੀ ਬਣ ਸਕਦੀ ਹੈ ਅਤੇ ਭਵਿੱਖ ਵਿੱਚ ਹਰ ਸੱਤਾਧਾਰੀ ਪਾਰਟੀ ਆਪਣੇ ਹਿਸਾਬ ਦੇ ਨਾਲ ਅਦਾਲਤ ਦੀ ਗਿਣਤੀ ਬਦਲਣ ਦੀ ਕੋਸ਼ਿਸ਼ ਕਰ ਸਕਦੀ ਹੈ। ਇਹਨਾਂ ਤਜਵੀਜ਼ਾਂ ਦੇ ਵਿੱਚ ਸਭ ਤੋਂ ਵੱਡੀ ਚਰਚਾ ਸੁਪਰੀਮ ਕੋਰਟ ਨੂੰ 9 ਤੋਂ ਵਧਾ ਕੇ 13 ਜੱਜਾਂ ਵਾਲੀ ਅਦਾਲਤ ਬਣਾਉਣ ਦੀ ਹੈ। ਇਸ ਮਕਸਦ ਲਈ ਇੱਕ ਲੈਜਿਸਲੇਟਿਵ ਪ੍ਰਪੋਜ਼ਲ ਵੀ ਚਰਚਾ ਵਿੱਚ ਹੈ। ਹਾਲਾਂਕਿ ਇਹ ਅਜੇ ਕਾਨੂੰਨ ਨਹੀਂ ਬਣਿਆ ਅਤੇ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਇਸ ਦੇ ਪਾਸ ਹੋਣ ਦਾ ਰਸਤਾ ਬਹੁਤ ਮੁਸ਼ਕਿਲ ਹੈ। ਦੂਜੀ ਮਹੱਤਵਪੂਰਨ ਤਜਵੀਜ਼ ਲਾਈਫ ਟਾਈਮ ਸਰਵਿਸ ਦੀ ਥਾਂ 18 ਸਾਲ ਦੀ ਐਕਟਿਵ ਸੁਪਰੀਮ ਕੋਰਟ ਟਰਮ ਲਿਆਉਂਦੀ ਹੈ। ਜੁਲਾਈ ਦੇ ਵਿੱਚ ਡੈਮੋਕ੍ਰੈਟਿਕ ਸੈਨੇਟਰਸ ਸ਼ੈਲਡਨ ਵਾਈਟ ਹਾਊਸ, ਕੋਰੀ ਬੁਕਰ, ਰਿਚਰਡ ਅਤੇ ਕੈਲੀਫੋਰਨੀਆ ਦੇ ਐਲੈਕਸ ਪੈਡੀਲਾ ਨੇ ਸੁਪਰੀਮ ਕੋਰਟ ਬੈਨੀਅਲ ਅਪਾਰਟਮੈਂਟਸ ਐਂਡ ਟਰਮ ਲਿਮਿਟਸ ਐਕਟ ਮੁੜ ਪੇਸ਼ ਕੀਤਾ। ਇਸ ਯੋਜਨਾ ਦੇ ਅਨੁਸਾਰ ਹਰ 2 ਸਾਲ ਬਾਅਦ ਇੱਕ ਨਵਾਂ ਜਸਟਿਸ ਸੁਪਰੀਮ ਕੋਰਟ ਦੀ ਫੁੱਲ ਡੋਕੇਟ ਲਈ ਆਵੇਗਾ ਅਤੇ 18 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸ ਦੀ ਭੂਮਿਕਾ ਸੀਮਿਤ ਹੋ ਜਾਵੇਗੀ। ਸੋ ਸੁਪਰੀਮ ਕੋਰਟ ਦੇ ਜੱਜਾਂ ਦੇ ਲਈ ਇਸ ਦੇ ਨਾਲ ਹੀ ਲਾਗੂ ਕਰਵਾਇਆ ਜਾ ਸਕਣ ਵਾਲਾ ਐਥਿਕਸ ਕੋਡ, ਫਾਈਨੈਂਸ਼ੀਅਲ ਕਨਫਲਿਕਟਸ ਉੱਤੇ ਸਖਤ ਨਿਯਮ ਅਤੇ ਅਦਾਲਤ ਦੇ ਸ਼ੈਡੋ ਡੋਕੇਟਸ ਅਰਥਾਤ ਕਈ ਵਾਰ ਪੂਰੀ ਔਰਲ ਆਰਗੂਮੈਂਟ ਤੋਂ ਬਿਨਾਂ ਤੇਜ਼ੀ ਨਾਲ ਆਉਣ ਵਾਲੇ ਹੁਕਮਾਂ ਲਈ ਵਧੇਰੇ ਟਰਾਂਸਪੇਰੈਂਸੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਹ ਮੁੱਦਾ ਹੁਣ 2026 ਮਿਡ ਟਰਮ ਇਲੈਕਸ਼ਨਸ ਨਾਲ ਵੀ ਸਿੱਧਾ ਜੁੜਦਾ ਜਾ ਰਿਹਾ ਹੈ। ਹਾਊਸ ਡੈਮੋਕ੍ਰੈਟਿਕ ਲੀਡਰਸ ਹਕੀਮ ਜੈਫਰੀਜ਼ ਨੇ ਵੀ ਸੁਪਰੀਮ ਕੋਰਟ ਰਿਫਾਰਮ ਬਾਰੇ ਵੱਖ-ਵੱਖ ਆਪਸ਼ਨਸ ਉੱਤੇ ਵਿਚਾਰ ਕਰਨ ਦੀ ਗੱਲ ਕੀਤੀ ਹੈ, ਪਰ ਇਹਨਾਂ ਵਿੱਚੋਂ ਕਿਸੇ ਵੱਡੇ ਸਟਰਕਚਰਲ ਚੇਂਜ ਨੂੰ ਅਮਲ ਵਿੱਚ ਲਿਆਉਣਾ ਆਸਾਨ ਨਹੀਂ ਹੋਵੇਗਾ। ਕਾਂਗਰਸ ਦੇ ਵਿੱਚ ਵੋਟਸ, ਸੈਨੇਟ ਦੇ ਰੂਲਸ ਅਤੇ ਕੁਝ ਪ੍ਰਪੋਜ਼ਲ ਦੇ ਮਾਮਲੇ ਵਿੱਚ ਕਨਸਟੀਟਿਊਸ਼ਨਲ ਕੁਐਸਚਨਸ ਵੱਡੀਆਂ ਰੁਕਾਵਟਾਂ ਹਨ। ਮੋਰੋਕੋ ਦੇ ਸੁਰੱਖਿਆ ਬਲਾਂ ਨੇ ਜ਼ਮੀਨ ਤੇ ਸਮੁੰਦਰੀ ਰਸਤੇ ਸਪੇਨ ਦੇ ਇਲਾਕੇ ਸਿਊਟਾ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਾਜ਼ਾ ਕੋਸ਼ਿਸ਼ ਉਸ ਘਟਨਾ ਦੇ 2 ਹਫ਼ਤੇ ਬਾਅਦ ਹੋਈ ਹੈ ਜਦੋਂ ਗਰੀਬੀ ਅਤੇ ਗਲਤ ਜਾਣਕਾਰੀ ਦੇ ਕਾਰਨ ਹਜ਼ਾਰਾਂ ਪ੍ਰਵਾਸੀ ਸਿਊਟਾ ਵੱਲ ਦੌੜੇ ਸਨ, ਜੋ ਇਸ ਇਲਾਕੇ ਦੇ ਸਭ ਤੋਂ ਖਤਰਨਾਕ ਮਾਈਗ੍ਰੇਸ਼ਨ ਸੰਕਟਾਂ ਵਿੱਚੋਂ ਇੱਕ ਸੀ। ਅਧਿਕਾਰਤ ਅੰਕੜਿਆਂ ਦੇ ਅਨੁਸਾਰ ਸਰਹੱਦ ਦੇ ਦੋਵਾਂ ਪਾਸੇ 90 ਲੋਕਾਂ ਦੀ ਮੌਤ ਹੋ ਗਈ। ਮੋਰੋਕੋ ਦੇ ਸਰਕਾਰੀ ਬ੍ਰੌਡਕਾਸਟਰ ਮੈਡੀ 1 ਟੀਵੀ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਸਿਊਟਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਬ ਸਹਾਰਾ ਅਫਰੀਕਾ ਦੇ 294 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਵਾਸੀਆਂ ਦੀ ਇਸ ਕੋਸ਼ਿਸ਼ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਮੋਰੋਕੋ ਦੇ 61 ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਰਹੱਦ ਪਾਰ ਕਰਨ ਦੀਆਂ ਇਹ ਕੋਸ਼ਿਸ਼ਾਂ ਇੰਟਰਨੈਟ ਮੀਡੀਆ ਤੇ ਉਹਨਾਂ ਪੋਸਟਾਂ ਦੇ ਵਧਣ ਤੋਂ ਬਾਅਦ ਹੋਈਆਂ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਨੂੰ ਮੋਰੋਕੋ ਦੇ ਉੱਤਰੀ ਤੱਟ ਤੇ ਸਥਿਤ ਸਪੇਨੀ ਸ਼ਹਿਰ ਸਿਊਟਾ ਜਾਣ ਲਈ ਕਿਹਾ ਗਿਆ ਸੀ। ਇਸ ਦੇ ਜਵਾਬ ਵਿੱਚ ਮੋਰੋਕੋ ਦੇ ਸਪੇਨ ਦੇ ਅਧਿਕਾਰੀਆਂ ਨੇ ਸੁਰੱਖਿਆ ਵਧਾ ਦਿੱਤੀ ਅਤੇ ਉਸ ਇਲਾਕੇ ਵੱਲ ਲੋਕਾਂ ਦੀ ਆਵਾਜਾਈ ਨੂੰ ਸੀਮਿਤ ਕਰ ਦਿੱਤਾ। ਗ੍ਰਹਿ ਮੰਤਰਾਲੇ ਨੇ ਤਾਜ਼ਾ ਗ੍ਰਿਫਤਾਰੀਆਂ ਜਾਂ ਮਾਈਗ੍ਰੇਸ਼ਨ ਦੀ ਤਾਜ਼ਾ ਕੋਸ਼ਿਸ਼ ਨੂੰ ਰੋਕਣ ਲਈ ਸਰਹੱਦ ਤੇ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਬਾਰੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਮੋਰੋਕੋ ਦੇ ਇੱਕ ਸੀਨੀਅਰ ਰਾਜਦੂਤ ਨੇ ਪਹਿਲਾਂ ਇਹ ਕਿਹਾ ਸੀ ਕਿ ਸਿਊਟਾ ਨਾਲ ਲੱਗਦੀ ਸਰਹੱਦ ਤੇ ਹਰ ਦਿਨ 20,000 ਤੋਂ ਵੱਧ ਮੋਰੋਕੋ ਦੇ ਸੁਰੱਖਿਆ ਕਰਮੀ ਤੈਨਾਤ ਕੀਤੇ ਜਾਂਦੇ ਹਨ, ਜਿਸ ਤੇ ਕਰੋੜਾਂ ਡਾਲਰ ਦਾ ਖਰਚਾ ਆਉਂਦਾ ਹੈ। ਅਮਰੀਕਾ ਅਤੇ ਈਰਾਨ ਦੇ ਵਿਚਾਲੇ ਵੱਧਦੇ ਤਣਾਅ ਦੇ ਦਰਮਿਆਨ ਸੰਯੁਕਤ ਅਰਬ ਅਮੀਰਾਤ ਵਿੱਚ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਮਿਜ਼ਾਈਲ ਦੇ ਖਤਰੇ ਨੂੰ ਮਹਿਸੂਸ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਕੁਝ ਦੇਰ ਬਾਅਦ ਹੀ ਅਧਿਕਾਰੀਆਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਦੱਸਦਿਆਂ
ਆਲ ਕਲੀਅਰ ਦਾ ਸੰਦੇਸ਼ ਜਾਰੀ ਕਰ ਦਿੱਤਾ। UAE ਦੇ ਗ੍ਰਹਿ ਮੰਤਰਾਲੇ ਅਤੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫਤ ਪ੍ਰਬੰਧਨ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਇਸ ਸੰਦੇਸ਼ ਵਿੱਚ ਨਾਗਰਿਕਾਂ ਨੂੰ ਤੁਰੰਤ ਸੁਰੱਖਿਅਤ ਇਮਾਰਤਾਂ ਵੱਲ ਪਨਾਹ ਲੈਣ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਸੀ। ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਉਹਨਾਂ ਦੇ ਸਿਸਟਮ ਨੇ ਦੇਸ਼ ਵੱਲ ਆਉਂਦੇ ਮਿਜ਼ਾਈਲ ਦੇ ਖਤਰੇ ਨੂੰ ਪਛਾਣਿਆ ਸੀ ਅਤੇ ਨਾਗਰਿਕਾਂ ਨੂੰ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਕੀਤੇ ਗਏ ਬਚਾਅ ਕਾਰਨ ਹੋ ਸਕਦੀਆਂ ਹਨ। ਕੁਝ ਦੇਰ ਬਾਅਦ ਜਾਰੀ ਕੀਤੇ ਗਏ ਆਲ ਕਲੀਅਰ ਸੰਦੇਸ਼ ਵਿੱਚ ਪ੍ਰਸ਼ਾਸਨ ਨੇ ਇਹ ਕਿਹਾ ਕਿ ਲੋਕ ਸਾਵਧਾਨੀ ਵਰਤਦੇ ਹੋਏ ਆਪਣੀਆਂ ਆਮ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ। UAE ਵਿੱਚ ਪਿਛਲੇ 37 ਦਿਨਾਂ ਦੇ ਵਿੱਚ ਜਾਰੀ ਕੀਤਾ ਗਿਆ ਇਹ ਪਹਿਲਾ ਵੱਡਾ ਮਿਜ਼ਾਈਲ ਚੇਤਾਵਨੀ ਅਲਰਟ ਸੀ। ਇਹ ਸੁਰੱਖਿਆ ਚੇਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਈਰਾਨ ਦੇ ਵਿਚਾਲੇ ਹੋਇਆ ਅਸਥਾਈ ਸਮਝੌਤਾ ਖਤਮ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ 17 ਜੂਨ ਨੂੰ ਇੱਕ ਅਸਥਾਈ ਸਮਝੌਤੇ ਤੇ ਹਸਤਾਖਰ ਕੀਤੇ ਸਨ, ਜਿਸ ਦਾ ਉਦੇਸ਼ ਖਾੜੀ ਖੇਤਰ ਵਿੱਚ ਲੜਾਈ ਨੂੰ ਰੋਕਣਾ ਅਤੇ ਤੇਲ ਤੇ ਗੈਸ ਦੀ ਸਪਲਾਈ ਨੂੰ ਬਹਾਲ ਕਰਨਾ ਸੀ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਰਤਾਂ ਤੇ ਸਹਿਮਤੀ ਨਾ ਬਣਨ ਕਾਰਨ ਇਹ ਸਮਝੌਤਾ ਟੁੱਟ ਗਿਆ। ਰਾਸ਼ਟਰਪਤੀ ਟਰੰਪ ਨੇ ਇਹ ਦੱਸਿਆ ਕਿ ਇਸ ਸਮੇਂ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਦੂਜੇ ਪਾਸੇ ਇੱਕ ਈਰਾਨੀ ਅਧਿਕਾਰੀ ਨੇ ਬਿਆਨ ਦਿੱਤਾ ਹੈ ਕਿ ਸਮਝੌਤਾ ਖਤਮ ਹੋਣ ਤੋਂ ਬਾਅਦ ਈਰਾਨ ਵਧੇਰੇ ਹਮਲਾਵਰ ਫੌਜੀ ਰੁਖ ਅਪਣਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 16 ਸਾਲਾਂ ਦੇ ਲਾਈਫ ਗਾਰਡ ਨੂੰ ਇੱਕ ਸਨਮਾਨਿਤ ਕੀਤਾ ਹੈ, ਜਿਸ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਇੱਕ ਸਮੁੰਦਰੀ ਤੱਟ ਤੇ 10 ਸਾਲਾਂ ਦੇ ਭਾਰਤੀ ਮੂਲ ਦੇ ਲੜਕੇ ਨੂੰ ਡੁੱਬਣ ਤੋਂ ਬਚਾਇਆ। ਟਰੰਪ ਨੇ ਲਾਈਫ ਗਾਰਡ ਰਾਈਡਰ ਵਿਲੀਅਮਸ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੀ ਨੌਜਵਾਨ ਲੜਕੇ ਨਾਥਨੀਅਲ ਰਾਏ, ਉਸ ਦੀ ਭੈਣ ਲੈਲਾ ਅਤੇ ਉਸ ਦੇ ਪਿਤਾ ਸੁਮਿਤ ਰਾਏ ਦਾ ਓਵਲ ਆਫਿਸ ਵਿੱਚ ਸਵਾਗਤ ਕੀਤਾ। ਟਰੰਪ ਨੇ ਕਿਹਾ ਕਿ ਉਹ ਨਾਥਨੀਅਲ ਰਾਏ ਨੂੰ ਇਸ ਮੁਸ਼ਕਿਲ ਵਿੱਚੋਂ ਬਾਹਰ ਆਉਣ ਲਈ ਵਧਾਈ ਦੇਣਾ ਚਾਹੁੰਦੇ ਹਨ। ਉਹਨਾਂ ਨੇ ਵਿਲੀਅਮਸ ਦੇ ਸਾਹਸੀ ਬਚਾਅ ਕਾਰਜ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਵਿਲੀਅਮਸ ਨੇ ਨਾਥਨੀਅਲ ਨੂੰ ਸੈਂਟਾ ਕਰੂਜ਼ ਕੈਲੀਫੋਰਨੀਆ ਦੇ ਸੀਬ੍ਰਾਈਟ ਬੀਚ ਤੇ ਸ਼ਕਤੀਸ਼ਾਲੀ ਲਹਿਰਾਂ ਤੋਂ ਬਚਾਇਆ ਸੀ। ਟਰੰਪ ਨੇ ਵਿਲੀਅਮਸ ਵੱਲ ਇਸ਼ਾਰਾ ਕਰਦਿਆਂ ਇਹ ਕਿਹਾ ਕਿ ਉਹ ਇੱਕ ਅਸਲੀ ਹੀਰੋ ਹੈ। ਵਿਲੀਅਮਸ ਨੂੰ ਉਹਨਾਂ ਨੇ ਆਪਣੇ ਨਾਲ ਵਾਲੀ ਕੁਰਸੀ ਤੇ ਬਿਠਾਇਆ ਸੀ। ਵਿਲੀਅਮਸ ਦੇ ਮਾਤਾ-ਪਿਤਾ ਸ਼ੇਨ ਅਤੇ ਸ਼ੈਨਨ ਤੇ ਇੱਕ ਹੋਰ ਲਾਈਫ ਗਾਰਡ ਐਰੋਨ ਬੋਨੀ ਨੂੰ ਵੀ ਓਵਲ ਆਫਿਸ ਵਿੱਚ ਸੱਦਾ ਦਿੱਤਾ ਗਿਆ ਸੀ। ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਦੇ ਨਾਲ ਪਾਨਾ ਵਰਤਣ ਦੀ ਦੁਖਦ ਖਬਰ ਸਾਹਮਣੇ ਆਈ ਹੈ, ਜਦਕਿ ਦੂਜੇ ਪਾਸੇ ਐਡਮਿੰਟਨ ਵਿਖੇ ਜੈਸਮੀਨ ਟੇਸੀ ਕਤਲकांड ਨਾਲ ਸੰਬੰਧਿਤ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਹਨ। ਸਟੱਡੀ ਵੀਜ਼ਾ ਦੇ ਕੈਨੇਡਾ ਆਇਆ ਜਸਪ੍ਰੀਤ ਸਿੰਘ ਸਰੀ ਵਿਖੇ ਅਚਨਚੇਤ ਦਮ ਤੋੜ ਗਿਆ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਰੀ ਦੇ ਇਕਬਾਲ ਸਿੰਘ ਮੁਤਾਬਕ ਜਸਪ੍ਰੀਤ ਸਿੰਘ ਦੇ ਸਦੀਵੀ ਵਿਛੋੜੇ ਨੇ ਪਰਿਵਾਰ ਕੱਖੋ ਹੋਲਾ ਕਰ ਦਿੱਤਾ ਹੈ, ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਧਰ ਆਸਟ੍ਰੇਲੀਆ ਦੇ ਵਿੱਚ ਹੋਣ ਲੱਗ ਸੜਕ ਹਾਦਸੇ ਦੌਰਾਨ ਸੁਖਵੀਰ ਸਿੰਘ ਦਮ ਤੋੜ ਗਿਆ, ਜਿਸ ਦੇ ਪਰਿਵਾਰ ਦੀ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ। ਇਸ ਤੋਂ ਇਲਾਵਾ ਮੈਲਬਰਨ ਦੇ ਵਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਆਰਥਿਕ ਸਹਾਇਤਾ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਐਡਮਿੰਟਨ ਦੇ ਨਾਰਥ ਈਸਟ ਇਲਾਕੇ ਵਿੱਚ ਗੋਲੀकांड ਦੌਰਾਨ ਜਾਨ ਗਵਾਉਣ ਵਾਲੀ ਜੈਸਮੀਨ ਟੇਸੀ ਨਾਲ ਸੰਬੰਧਿਤ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਜੈਸਮੀਨ ਉਸ ਮਕਾਨ ਵਿੱਚ ਨਹੀਂ ਸੀ ਰਹਿੰਦੀ ਜਿੱਥੇ ਗੋਲੀ ਚੱਲੇ। ਉਹ ਆਪਣੀ ਸਹੇਲੀ ਜਾਂ ਦੋਸਤ ਨੂੰ ਮਿਲਣ 139 ਐਵੇਨਿਊ ਅਤੇ 32 ਸਟਰੀਟ ਦੇ ਘਰ ਪੁੱਜੀ, ਜੋ ਆਪਣੀ ਮਾਤਾ ਨਾਲ 2 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਇਆ। ਗੁਆਂਢੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ 7 ਵਜੇ 2 ਗੋਲੀਆਂ ਚੱਲੀਆਂ ਅਤੇ ਟੀਨਏਜਰ ਕੁੜੀ ਚੀਕਾਂ ਮਾਰਦੀ ਸੁਣੀ ਗਈ। ਇਸੇ ਦੌਰਾਨ ਪੈਰਾਮੈਡਿਕਸ ਪੁੱਜੇ ਗਏ ਅਤੇ ਮੁੱਢਲੀ ਸਹਾਇਤਾ ਦਿੱਤੀ ਗਈ, ਪਰ ਕੁੜੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਵਾਰਦਾਤ ਮਗਰੋਂ ਗੁਆਂਢੀ ਇੰਨੇ ਡਰੇ ਹੋਏ ਸਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦਰਵਾਜ਼ੇ ਦਾ ਲੋਕ 3-3 ਵਾਰ ਚੈੱਕ ਕਰਦੇ ਰਹੇ। ਉਧਰ ਪੁਲਿਸ ਵੱਲੋਂ CCTV ਕੈਮਰੇ ਦੀ ਫੁਟੇਜ ਫਰੋਲੀ ਜਾ ਰਹੀ ਹੈ ਅਤੇ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਜੈਸਮੀਨ ਦੀ ਕਜ਼ਨ ਨਿਮਰਤ ਘੁੰਮਣ ਵੱਲੋਂ ਗੋਫੰਡਮੀ ਵੀ ਸਥਾਪਿਤ ਕਰਦਿਆਂ 55 ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਆਪਣੀ ਵੱਡੀ ਭੈਣ ਨੂੰ ਗਵਾਉਣ ਮਗਰੋਂ ਜਿੱਥੇ ਸਭਨਾਂ ਦਾ ਬੁਰਾ ਹਾਲ ਹੈ, ਉੱਥੇ ਜੈਸਮੀਨ ਦੀ ਮਾਤਾ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। ਅਮਰੀਕਾ ਵਿੱਚ ਮੈਟਾ ਪਲੇਟਫਾਰਮ ਖਿਲਾਫ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਨੇ ਜਾਣਬੁੱਝ ਕੇ ਮੁਨਾਫਾ ਕਮਾਉਣ ਦੇ ਲਈ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਦਾ ਆਦੀ ਬਣਾ ਦਿੱਤਾ ਹੈ ਔਰ ਅਮਰੀਕੀ ਰਾਜਾਂ ਦੇ 29 ਸੂਬਿਆਂ ਵੱਲੋਂ ਮੈਟਾ ਉੱਤੇ ਮੁਕੱਦਮਾ ਕੀਤਾ ਗਿਆ ਹੈ, ਜੋ ਭਾਰੀ ਜੁਰਮਾਨੇ ਅਤੇ ਮੈਟਾ ਦੇ ਕੰਮਕਾਜ ਦੇ ਤਰੀਕਿਆਂ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ। ਕੈਲੀਫੋਰਨੀਆ, ਕੋਲੋਰਾਡੋ, ਕੈਂਟਕੀ ਅਤੇ ਨਿਊ ਜਰਸੀ ਸਮੇਤ 4 ਪ੍ਰਮੁੱਖ ਰਾਜਾਂ ਦੇ ਦੋਸ਼ ਹੈ ਕਿ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੌਜਵਾਨ ਉਪਭੋਗਤਾਵਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਡਿਜ਼ਾਈਨ ਕੀਤਾ ਹੈ, ਜਿਸ ਨਾਲ ਚਿੰਤਾ, ਡਿਪਰੈਸ਼ਨ, ਇੱਥੋਂ ਤੱਕ ਕਿ ਖੁਦਕੁਸ਼ੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਊਰੀ ਮੈਂਬਰਾਂ ਦੇ ਸਾਹਮਣੇ ਸਾਰੇ 29 ਸੂਬਿਆਂ ਨੇ ਦਾਅਵਾ ਕੀਤਾ ਹੈ ਕਿ ਮੈਟਾ ਨੇ ਪਲੇਟਫਾਰਮਾਂ ਦੀ ਵਰਤੋਂ ਦੌਰਾਨ ਬੱਚਿਆਂ ਦਾ ਨਿੱਜੀ ਡੇਟਾ ਗਲਤ ਤਰੀਕੇ ਨਾਲ ਇਕੱਠਾ ਕਰਕੇ ਅਤੇ ਵਰਤ ਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਮੈਗਨ ਓਨੀਲ ਨੇ ਆਕਲੈਂਡ ਕੈਲੀਫੋਰਨੀਆ ਦੀ ਫੈਡਰਲ ਅਦਾਲਤ ਵਿੱਚ ਇਹ ਕਿਹਾ ਕਿ ਮੈਟਾ ਦਾ ਕਾਰੋਬਾਰੀ ਮਾਡਲ ਉਪਭੋਗਤਾਵਾਂ ਨੂੰ ਫਸਾਉਣਾ, ਉਹਨਾਂ ਨੂੰ ਜਿੰਨਾ ਚਿਰ ਸੰਭਵ ਹੋ ਸਕੇ ਰੱਖਣਾ, ਉਹਨਾਂ ਦਾ ਡੇਟਾ ਇਕੱਠਾ ਕਰਨਾ ਤੇ ਫਿਰ ਜਨਤਾ ਤੋਂ ਸੱਚਾਈ ਲੁਕਾਉਣਾ ਸੀ। ਮੈਟਾ ਦੇ ਵਕੀਲ ਪੋਲ ਸ਼ਮਿਟ ਨੇ ਆਪਣੇ ਬਿਆਨ ਵਿੱਚ ਜਵਾਬ ਦਿੰਦਿਆਂ ਇਹ ਕਿਹਾ ਕਿ ਕੰਪਨੀ ਅਤੇ ਇਸ ਦੇ ਸਹਿ ਸੰਸਥਾਪਕ ਅਤੇ CEO ਮਾਰਕ ਜ਼ੁਕਰਬਰਗ ਦੀਆਂ ਸੇਵਾਵਾਂ ਨੂੰ ਖਤਰਨਾਕ ਬਣਾਉਣ ਦੀ ਨਹੀਂ, ਸਗੋਂ ਉਹਨਾਂ ਦੇ ਵੀ ਸੁਧਾਰ ਕਰਨ ਦੀ ਇੱਛਾ ਸੀ। ਮੈਟਾ ਨੇ ਵੀ ਕਿਹਾ ਹੈ ਕਿ ਉਸਨੇ ਸੁਰੱਖਿਆ ਬਾਰੇ ਕੋਈ ਵੀ ਗਲਤ ਬਿਆਨੀ ਜਾਂ ਗੁੰਮਰਾਹਕੁਨ ਬਿਆਨ ਨਹੀਂ ਦਿੱਤੇ ਅਤੇ ਰਾਜ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਹਨ ਕਿ ਉਹਨਾਂ ਦੇ ਨਾਗਰਿਕਾਂ ਨੂੰ ਕੋਈ ਨੁਕਸਾਨ ਪਹੁੰਚਿਆ ਹੈ। ਇਸ ਮੁਕੱਦਮੇ ਵਿੱਚ ਮਾਰਕ ਜ਼ੁਕਰਬਰਗ ਅਤੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਦੇ ਵੀ ਗਵਾਹੀ ਦੇਣ ਦੀ ਉਮੀਦ ਹੈ ਅਤੇ ਇਹ ਮੁਕੱਦਮਾ 6 ਹਫ਼ਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ। ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਮੁਕੱਦਮਾ ਨੌਜਵਾਨ ਉਪਭੋਗਤਾਵਾਂ ਉੱਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਨੂੰਨੀ ਪ੍ਰੀਖਿਆ ਹੈ। ਰਾਜਾਂ ਦੇ ਵਕੀਲਾਂ ਨੇ ਇਹ ਕਿਹਾ ਕਿ ਜੁਰਮਾਨੇ ਦੀ ਰਕਮ $200 ਬਿਲੀਅਨ ਦੇ ਆਸ-ਪਾਸ ਹੋ ਸਕਦੀ ਹੈ, ਜਦਕਿ ਮੈਟਾ ਦਾ ਇਹ ਕਹਿਣਾ ਹੈ ਕਿ ਜੁਰਮਾਨਾ $1.4 ਟ੍ਰਿਲੀਅਨ ਤੱਕ ਵੀ ਜਾ ਸਕਦਾ ਹੈ। ਕੈਲੀਫੋਰਨੀਆ, ਕੋਲੋਰਾਡੋ, ਕੈਂਟਕੀ ਅਤੇ ਨਿਊ ਜਰਸੀ ਉਮਰ ਪਾਬੰਦੀਆਂ ਲਗਾਉਣ ਅਤੇ ਬੇਅੰਤ ਸਕਰੋਲ ਨੂੰ ਖਤਮ ਕਰਨ ਦੀ ਵੀ ਮੰਗ ਕਰ ਰਹੇ ਹਨ ਤਾਂ ਜੋ ਉਪਭੋਗਤਾ ਲਗਾਤਾਰ ਨਵੀਆਂ ਪੋਸਟਾਂ ਦੇਖਦੇ ਰਹਿਣ ਲਈ ਮਜਬੂਰ ਨਾ ਹੋਣ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਦੇ USA TV ਦੇ ਨਾਲ। IPTV ਬਾਕਸ ਦੇ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ Facebook, TikTok, Instagram, YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਅਪਡੇਟ ਤੇ ਖਾਸ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਇਸ ਦੇ ਨਾਲ ਸਾਡੇ ਖਾਸ ਪ੍ਰੋਗਰਾਮ ਹੈ ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਹੈ ਜੀ। ਮੈਨੂੰ ਦਿਓ ਇਜਾਜ਼ਤ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।